ਫਾਜ਼ਿਲਕਾ ਦੇ ਗੋਸ਼ਾਲਾ ਰੋਡ ਤੇ ਬਣੇ ਗੈਟ ਅਕ੍ਰੋਸ ਦੇ ਵਿੱਚ ਅੱਜ ਪੀਟੀਈ ਦੇ ਵਿੱਚ ਫੈਲੀਆਂ ਪ੍ਰਾਂਤੀਆਂ ਨੂੰ ਲੈ ਕੇ ਲਗਾਇਆ ਗਿਆ ਸੈਮੀਨਾਰ। ਬੱਚਿਆਂ ਨੂੰ ਕੀਤਾ ਗਿਆ ਜਾਗਰੂਕ। ਫਾਜ਼ਿਲਕਾ ਦੇ ਗੋਸ਼ਾਲਾ ਰੋਡ ਤੇ ਬਣੇ ਗੈਟ ਅਕ੍ਰੋਸ ਦੇ ਵਿੱਚ ਅੱਜ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਬੱਚਿਆਂ ਦੇ ਅੰਦਰ ਫੈਲੀਆਂ ਪ੍ਰਾਂਤੀਆਂ ਨੂੰ ਦੂਰ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਸਟੱਡੀ ਵੀਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪੀਅਰਸਨ ਦੇ ਹੈੱਡ ਗਗਨਦੀਪ ਸਿੰਘ ਅਤੇ ਨਰਿੰਦਰ ਸਿੰਘ ਇੱਥੇ ਪਹੁੰਚੇ, ਜਿਨ੍ਹਾਂ ਵੱਲੋਂ ਇੱਥੇ ਬੱਚਿਆਂ ਦੀਆਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਤੇ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਗਿਆ। ਇਸ ਦੇ ਨਾਲ ਹੀ ਪੀਟੀਈ ਦੇ ਨਾਲ ਲੱਗਣ ਵਾਲੇ ਸਟੱਡੀ ਵੀਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਸੰਚਾਲਕ ਮਿਸਟਰ ਪਰਮਿੰਦਰ ਸਿਆਗ ਅਤੇ ਮਿਸ ਪਾਰੁਲ ਨੇ ਦੱਸਿਆ ਕਿ ਇੱਥੇ ਅੱਜ ਬੱਚਿਆਂ ਦੀਆਂ ਪ੍ਰਾਂਤੀਆਂ ਦੂਰ ਕਰਨ ਦੇ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਪੀਅਰਸਨ ਦੇ ਹੈੱਡ ਗਗਨਦੀਪ ਸਿੰਘ ਅਤੇ ਨਰਿੰਦਰ ਸਿੰਘ ਪਹੁੰਚੇ ਹਨ, ਜਿਨ੍ਹਾਂ ਵੱਲੋਂ ਬੱਚਿਆਂ ਨੂੰ ਪੀਟੀਈ ਦੇ ਕੋਰਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਅੰਦਰ ਫੈਲੀਆਂ ਪ੍ਰਾਂਤੀਆਂ ਨੂੰ ਦੂਰ ਵੀ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਗੈਟ ਅਕ੍ਰੋਸ ਦੇ ਸੰਚਾਲਕਾਂ ਵੱਲੋਂ ਇੱਥੇ ਪਹੁੰਚੇ ਗਗਨਦੀਪ ਸਿੰਘ ਅਤੇ ਨਰਿੰਦਰ ਸਿੰਘ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਅੱਜ ਗੈਟ ਅਕ੍ਰੋਸ ਵਿੱਚ ਅਸੀਂ ਪੀਟੀ ਅਕੋਰਡਿੰਗ ਲਾਈਕ ਪੀਟੀ ਦੇ ਰਿਲੇਟਡ ਅਸੀਂ ਸੈਮੀਨਾਰ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਪੀਅਰਸਨ ਦੇ ਹੈੱਡ ਮਿਸਟਰ ਗਗਨਦੀਪ ਸਿੰਘ ਐਂਡ ਨਰਿੰਦਰ ਸਿੰਘ ਅੱਜ ਆਪਣੇ ਗੈਟ ਅਕ੍ਰੋਸ ਵਿੱਚ ਆਏ ਸੀ। ਸੋ ਇਸ ਸੈਮੀਨਾਰ ਨੂੰ ਅਸੀਂ ਇਸ ਕਰਕੇ ਆਯੋਜਨ ਕੀਤਾ ਗਿਆ ਹੈ ਕਿ ਬੱਚਿਆਂ ਦੇ ਬਹੁਤ ਸਾਰੇ ਡਾਊਟ ਸੀਗੇ ਪੀਟੀ ਨੂੰ ਲੈ ਕੇ ਕਿ ਪੀਟੀ ਦੇ ਰਿਲੇਟਡ ਲਾਈਕ ਜਿਵੇਂ ਵੀਜ਼ਾ ਆ ਰਿਹਾ ਜਾਂ ਨਹੀਂ ਆ ਰਹੇ। ਸੋ ਆਪਾਂ ਇਹ ਸਾਰਾ ਕੁਝ ਇਹਦੇ ਸੈਮੀਨਾਰ ਵਿੱਚ ਦੱਸਣਾ ਚਾਹ ਰਹੇ ਹਾਂ ਕਿ ਪੀਟੀ ਨਾਲ ਵੀਜ਼ਾ ਵੀ ਆ ਰਿਹਾ ਕੈਨੇਡਾ ਦੇ। ਸੋ ਜੋ ਨਵੇਂ ਅਪਡੇਟਸ ਹੁੰਦੇ ਆ ਪੀਟੀ ਦੇ ਉਹ ਵੀ ਇਸ ਸੈਮੀਨਾਰ ਵਿੱਚ ਦੱਸੇ ਗਏ ਗਗਨਦੀਪ ਸਰ ਵੱਲੋਂ। ਇਸ ਕਰਕੇ ਗਗਨਦੀਪ ਸਰ ਵੱਲੋਂ ਸਾਰਾ ਕੁਝ ਦੱਸਿਆ ਜਾ ਰਿਹਾ ਹੈ ਕਿ ਪੀਟੀ ਦੇ ਉੱਪਰ ਵੀ ਵੀਜ਼ਾ ਆ ਰਹੇ ਹੈ ਕੈਨੇਡਾ, ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ। ਇਸ ਕਰਕੇ ਬੱਚਿਆਂ ਦੇ ਬਹੁਤ ਸਾਰੇ ਡਾਊਟ ਸੀਗੇ ਕਿ ਪੀਟੀ ਦੇ ਵਿੱਚ ਜੋ ਵੀ ਨਵੇਂ ਅਪਡੇਟਸ ਆ ਰਹੇ ਆ ਉਹਨਾਂ ਕਰਕੇ ਵੀ ਸਰ ਨੇ ਸਾਰਾ ਸੈਮੀਨਾਰ ਦੇ ਵਿੱਚ ਬੱਚਿਆਂ ਦੇ ਡਾਊਟਸ ਕਲੀਅਰ ਕੀਤੇ। ਐਂਡ ਬੱਚੇ ਹੋਰ ਵੀ ਇੱਧਰ ਉੱਧਰੋਂ ਬਾਕੀ ਸੈਂਟਰ ਵਾਲੇ ਜਿਵੇਂ ਦੱਸ ਦਿੰਦੇ ਆ ਕਿ ਪੀਟੀ ਦੇ ਰਿਲੇਟ ਉੱਪਰ ਵੀਜ਼ਾ ਨਹੀਂ ਆਉਂਦੇ। ਸੋ ਇਸ ਕਰਕੇ ਸਰ ਵੱਲੋਂ ਸਾਰਾ ਕੁਝ ਦੱਸਿਆ ਜਾ ਰਿਹਾ ਹੈ ਕਿ ਪੀਟੀ ਦੇ ਉੱਪਰ ਵੀ ਵੀਜ਼ਾ ਆਉਂਦੇ ਆ। ਅਗਰ ਤੁਸੀਂ ਦੇਖਿਆ ਜਾਏ ਤਾਂ ਸਾਡੀ ਗੈਟ ਅਕ੍ਰੋਸ ਦੀ ਸਾਈਟ ਤੇ ਜਾ ਕੇ ਸਾਡਾ ਚੈਨਲ ਹੈ, YouTube ਤੇ ਵੀ getacross.india ਐਂਡ ਇੰਸਟਾਗ੍ਰਾਮ ਤੇ ਵੀ getacross ਨਾਮ ਤੇ ਚੈਨਲ ਹੈ ਸਾਡਾ। ਉਹਦੇ ਸਾਰੇ ਰਿਜ਼ਲਟਸ ਪਏ ਆ ਆਪਣੇ ਪੀਟੀ ਦੇ ਰਿਲੇਟਡ। ਮਤਲਬ ਬੱਚਿਆਂ ਦੇ ਬਹੁਤ ਸਕੋਰ ਅੱਛੇ ਆਉਂਦੇ ਆ ਐਂਡ ਬੱਚੇ ਪ੍ਰਮੋਟ ਵੀ ਹੋ ਰਿਹਾ ਉਸ ਤੋਂ ਕਿ ਕੋਈ ਵੀ ਡਾਊਟ ਸੱਚੀ ਆਪਾਂ ਨਹੀਂ ਪੈਣਾ। ਪੀਟੀ ਦੇ ਉੱਪਰ ਵੀ ਵੀਜ਼ਾ ਆ ਰਿਹਾ ਐਂਡ ਪੀਟੀ ਦੇ ਉੱਪਰ ਵੀ ਆਪਾਂ ਅੱਛੇ ਸਕੋਰ ਐਂਡ ਬੈਂਡ ਲੈ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਆ ਬਾਹਰ ਜਾਣ ਨੂੰ। ਜੀ ਜਿਹੜੇ ਬੱਚੇ ਪੀਟੀ ਦੀ ਤਿਆਰੀ ਕਰ ਰਹੇ ਸੀਗੇ ਉਹਨਾਂ ਦੇ ਕੁਝ ਕੁਐਸਚਨ ਸੀਗੇ, ਕੁਝ ਡਾਊਟ ਸੀਗੇ ਕਿ ਪੀਟੀ ਦੀ ਤਿਆਰੀ ਕਿਵੇਂ ਵਧੀਆ ਤਰੀਕੇ ਨਾਲ ਕੀਤੀ ਜਾਵੇ। ਉਹਨਾਂ ਨੂੰ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਉਹ ਵਧੀਆ ਤਰੀਕੇ ਨਾਲ ਆਪਣਾ ਪੇਪਰ ਦੇਣ ਤੇ ਸਕੋਰ ਚੰਗਾ ਲੈ ਕੇ ਆਉਣ। ਤੇ ਕਿਹੜੇ ਕੰਟਰੀਜ਼ ਦੇ ਵਿੱਚ ਉਹ ਪੀਟੀ ਕਰਕੇ ਜਾ ਸਕਦੇ ਨੇ, ਜਿਵੇਂ ਪੀਟੀ ਦੀ ਮਾਨਤਾ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਵਿੱਚ, ਯੂਕੇ, ਕੈਨੇਡਾ ਦੇ ਵਿੱਚ ਹੈਗੀ ਹੈ, USA ਦੇ ਵਿੱਚ ਹੈਗੀ ਹੈ। ਆਲਮੋਸਟ ਸਾਰੀ ਕੰਟਰੀਜ਼ ਜਿੱਥੇ ਇੰਗਲਿਸ਼ ਟੈਸਟ ਦੀ ਲੋੜ ਹੈ। ਪੀਟੀ ਅੱਜ ਇੱਕ ਵੈਲਿਡ ਟੈਸਟ ਹੈਗਾ ਜਿੱਥੇ ਉਹ ਪੀਟੀ ਕਲੀਅਰ ਕਰਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਨੇ। ਸਰ ਅੱਜ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ? ਉਹਨਾਂ ਦੇ ਕੁਝ ਜਿਵੇਂ ਟੈਸਟ ਦੇ ਰਿਲੇਟਡ ਡਾਊਟ ਸੀਗੇ, ਆਪਣੀ ਜਿਹੜੀ ਤਿਆਰੀ ਕਰ ਰਹੇ ਸੀਗੇ, ਕੁਝ ਕੁਐਸਚਨਸ ਦੇ ਵਿੱਚ ਉਹਨਾਂ ਨੂੰ ਜਿਵੇਂ ਦਿੱਕਤ ਆਉਂਦੀ ਸੀਗੀ ਕਿਵੇਂ ਉਹ ਵਧੀਆ ਤਰੀਕੇ ਨਾਲ ਤਿਆਰੀ ਕਰਨ, ਸਕੋਰ ਲੈਣ, ਕਿਹੜੇ ਮਟੀਰੀਅਲ ਤੋਂ ਤਿਆਰੀ ਕਰਨ, ਜਾਂ ਕੁਝ ਇੰਪੋਰਟੈਂਟ ਟਿਪਸ ਦਿੱਤੇ ਗਏ ਨੇ ਜਿਹੜੇ ਉਹਨਾਂ ਨੂੰ ਥੋੜ੍ਹੇ ਜਿਹੇ ਹੈਲਪ ਹੋਣਗੇ ਤਾਂ ਕਿ ਆਪਣੀ ਇੰਗਲਿਸ਼ ਕਿਵੇਂ ਇੰਪਰੂਵ ਕਰਨ ਤੇ ਇਵੈਂਚੁਅਲੀ ਉਹਦਾ ਸਕੋਰ ਜਿਹੜਾ ਪੀਟੀ ਦੇ ਵਿੱਚ ਉਹ ਵਧੀਆ ਆਵੇ। ਬੱਚਿਆਂ ਦੇ ਵਿੱਚ ਇੱਕ ਭ੍ਰਾਂਤੀ ਫੈਲੀ ਹੋਈ ਹੈ ਵੀ ਪੀਟੀ ਕਰਨ ਤੋਂ ਬਾਅਦ ਵੀ ਆਈਲੈਟਸ ਦਾ ਟੈਸਟ ਦੇਣਾ ਪੈਂਦਾ ਹੈ ਜਾਂ ਕੋਰਸ ਕਰਨਾ ਪੈਂਦਾ, ਇਹਨੂੰ ਲੈ ਕੇ ਕੀ ਕਹੋਗੇ? ਨਹੀਂ ਸਰ, ਦੋਨਾਂ ਵਿੱਚੋਂ ਕੋਈ ਵੀ ਇੱਕ ਟੈਸਟ ਬੱਚਾ ਕਰ ਸਕਦਾ। ਦੋਨੋਂ ਹੀ ਇਕੁਈਵੈਲੈਂਟ ਟੈਸਟ ਨੇ। ਬੱਚੇ ਨੇ ਜੇ ਪੀਟੀ ਕੀਤਾ ਉਹ ਆਪਣਾ ਪੀਟੀ ਦੇ ਬੇਸਿਸ ਤੇ ਸਟੱਡੀ ਵੀਜ਼ਾ ਅਪਲਾਈ ਕਰ ਸਕਦਾ, ਉਹਨੂੰ ਕੋਈ ਦੂਸਰਾ ਇੰਗਲਿਸ਼ ਟੈਸਟ ਦੇਣ ਦੀ ਲੋੜ ਨਹੀਂ ਹੈ। ਈਵਨ ਸਪੈਸੀਫਿਕਲੀ ਜੇ ਅਸੀਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਸੇਮ ਪੀਟੀਈ ਟੈਸਟ ਜਿਹੜਾ ਉਹ PR ਲਈ ਵੀ ਵੈਲਿਡ ਹੈ। ਉਹਨਾਂ ਨੂੰ ਕੋਈ ਡਿਫਰੈਂਟ ਵਰਜ਼ਨ ਜਾਂ ਡਿਫਰੈਂਟ ਫਾਰਮੈਟ ਦੀ ਵੀ ਤਿਆਰੀ ਕਰਨ ਦੀ ਲੋੜ ਨਹੀਂ ਹੈ। ਕਈ ਬੱਚਿਆਂ ਨੇ ਇੱਥੇ ਪੀਟੀ ਸਟੱਡੀ ਵੀਜ਼ਾ ਦੀ ਤਿਆਰੀ ਕੀਤੀ ਤੇ ਆ ਕੇ ਸਰ ਉਹ 2 ਸਾਲ ਦੇ ਲਈ ਸਕੋਰ ਵੈਲਿਡ ਹੈ ਤੇ ਹੋ ਸਕਦਾ ਉਹੀ ਸਕੋਰ ਉਹ PR ਲਈ ਜੇ ਅਪਲਾਈ ਕਰ ਸਕਦੇ ਨੇ ਤੇ ਉਹ ਵੀ ਵੈਲਿਡ ਹੈ। ਸਰ ਕੀ ਕਹਿਣਾ ਚਾਹੋਗੇ ਅੱਜ ਫਾਜ਼ਿਲਕਾ ਤੁਸੀਂ ਪਹੁੰਚੇ ਹੋ, ਕਿਸ ਤਰ੍ਹਾਂ ਦਾ ਸੰਦੇਸ਼ ਜਿਹੜਾ ਫਾਜ਼ਿਲਕਾ ਦੇ ਬੱਚਿਆਂ ਨੂੰ ਦੇਣਾ ਚਾਹੋਗੇ?
ਵੀ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ ਬਾਹਰ ਜਾਣ ਦੇ ਲਈ, ਤੇ ਇਹ ਇੱਕ ਤਰ੍ਹਾਂ ਦੀ ਚੰਗੀ ਚੀਜ਼ ਹੈ ਕਿ ਬੱਚੇ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਫੋਕਸਡ ਨੇ, ਉਹ ਆਪਣੀ ਇੱਕ ਲਾਈਫ ਵਧੀਆ ਬਣਾਉਣਾ ਚਾਹੁੰਦੇ ਨੇ। ਸਿਰਫ ਇੱਕ ਇੰਪੋਰਟੈਂਟ ਚੀਜ਼ ਹੈ ਕਿਉਂਕਿ ਉਹ ਆਪਣਾ ਭਵਿੱਖ ਜਿਹੜਾ ਇੱਕ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਦੇਖਦੇ ਨੇ, ਸੋ ਡੈਫੀਨਿਟਲੀ ਆਪਣੇ ਇੰਗਲਿਸ਼ ਸਕਿੱਲਸ ਉੱਤੇ ਸ਼ੁਰੂ ਤੋਂ ਹੀ ਫੋਕਸ ਕਰਨ ਤਾਂ ਕਿ ਬਾਹਰ ਜਾ ਕੇ ਉਹਨਾਂ ਦੀ ਜਿਹੜੀ ਲਾਈਫ ਉਹ ਜ਼ਿਆਦਾ ਸਕਸੈਸਫੁਲ ਤੇ ਕੰਫਰਟੇਬਲ ਰਹੇ। ਥੈਂਕ ਯੂ ਸਰ। सर बच्चों तो काफ़ी टैसट रिलेटेड क्वेश्चन पूछे गए, जो भी उन्होंने डाउट्स ने प्रैपरेशन ਦੇ ਵਿੱਚ ਉਹਨਾਂ ਨੂੰ ਕਨਫਿਊਜ਼ਨਸ ਆ ਰਹੀਆਂ ਸੀ ਕਿ ਸਰ ਅਸੀਂ ਕਿੱਦਾਂ ਸਕੋਰ ਅੱਛਾ ਕਰ ਸਕਦੇ ਹਾਂ ਪੀਟੀ ਦੇ ਵਿੱਚ, ਨਾਟ ਇਵਨ ਪੀਟੀ ਓਨਲੀ ਬਟ ਅਸੀਂ ਆਪਣੀ ਸਕਿੱਲਸ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਬਿਕੋਜ਼ ਉਹ ਇੱਕ ਇਸ ਤਰ੍ਹਾਂ ਦੀ ਕੰਟਰੀ 'ਚ ਜਾ ਰਹੇ ਨੇ ਜਿੱਥੇ ਇੱਕ ਇੰਗਲਿਸ਼ ਉਹਨਾਂ ਦੀ ਮੇਨ ਲੈਂਗੁਏਜ ਉਹਨਾਂ ਨੇ ਯੂਜ਼ ਕਰਨੀ। ਸੋ ਆਈ ਥਿੰਕ ਇੱਕ ਅਪੋਰਚੁਨਿਟੀ ਸੀ ਬੱਚਿਆਂ ਲਈ ਜਿਨ੍ਹਾਂ ਨੇ ਜਿੰਨੇ ਵੀ ਕੁਐਸਚਨਸ ਪੁੱਛੇ, ਪਲੱਸ ਉਹਨਾਂ ਦੀ ਸਕਿੱਲਸ ਦੇ ਰਿਲੇਟਡ, ਪਲੱਸ ਉਹਨਾਂ ਦੀ ਵੀਜ਼ਾ ਦੇ ਰਿਲੇਟਡ ਜੋ ਵੀ ਕੰਸਰਨ ਸੀਗੇ, ਸੋ ਸਾਰੇ ਉਹਨਾਂ ਦੇ ਉਹ ਕਲੀਅਰ ਹੋਏ। ਕੀ ਬੱਚਿਆਂ ਦੇ ਵਿੱਚ ਲੱਗਿਆ, ਕਿਸ ਤਰ੍ਹਾਂ ਦੇ ਡਾਊਟ ਸੀ ਬੱਚਿਆਂ ਨੂੰ, ਕੀ ਸਾਹਮਣੇ ਆਇਆ? ਓਕੇ, ਸੋ ਬੱਚਿਆਂ ਦੇ ਸਰ ਜੋ ਡਾਊਟ ਸੀਗੇ ਮੋਸਟਲੀ ਪ੍ਰੈਪਰੇਸ਼ਨ ਦੇ ਰਿਲੇਟਡ ਸੀ। ਸੈਕਿੰਡ ਜੋ ਵੀ ਉਹਨਾਂ ਦਾ ਕੰਸਰਨ ਸੀਗਾ ਵੈਲਿਡ ਕੁਐਸਚਨ ਸੀਗੇ। ਸੋ ਆਈ ਥਿੰਕ ਹੋਪ ਸੋ ਵੀ ਆਰ ਅਸਿਊਮਿੰਗ ਕਿ ਨੈਕਸਟ ਜੋ ਵੀ ਉਹ ਪ੍ਰੈਕਟਿਸ ਕਰਨਗੇ ਉਹਨਾਂ ਵਿੱਚ ਉਹਨਾਂ ਦੀ ਇੰਪਰੂਵਮੈਂਟ ਉਹਨਾਂ ਨੂੰ ਦਿਖੇਗੀ। ਸਰ ਕੈਨੇਡਾ ਸਟੱਡੀ ਵੀਜ਼ਾ ਦੇ ਰਹੇ ਜੀ ਪੀਟੀਏ ਬੇਸ ਤੇ? ਯੈਸ, ਕੈਨੇਡਾ ਸਟੱਡੀ ਵੀਜ਼ਾ ਦੇ ਰਿਹਾ ਹੈ ਪੀਟੀ ਦੇ ਬੇਸਿਸ ਤੇ। ਅਪਰੋਕਸ 90% ਜੋ ਕਾਲਜਿਸ ਨੇ ਉਹ ਪੀਟੀ ਨੂੰ ਕੈਨੇਡਾ ਸਟੱਡੀ ਵੀਜ਼ਾ ਲਈ ਅਪਰੂਵ ਕੀਤਾ ਹੋਇਆ ਹੈ ਐਂਡ ਡੇਲੀ ਬੇਸਿਸ ਤੇ ਨਿਊ ਕਾਲਜਿਸ ਯੂਨੀਵਰਸਿਟੀਜ਼ ਇਹਦੇ ਵਿੱਚ ਹੋਰ ਐਡ ਹੋ ਰਹੇ ਨੇ। ਕੀ ਕਹਿਣਾ ਚਾਹੋਗੇ ਜੀ ਫਾਜ਼ਿਲਕਾ ਦੇ ਬੱਚਿਆਂ ਨੂੰ? ਤੁਸੀਂ ਫਾਜ਼ਿਲਕਾ ਪਹੁੰਚੇ ਹੋ, ਬੜਾ ਇੰਤਜ਼ਾਰ ਸੀ ਤੁਹਾਡਾ ਬੱਚਿਆਂ ਨੂੰ, ਤਾਂ ਤੁਸੀਂ ਇੱਥੇ ਪਹੁੰਚੇ ਤਾਂ ਕੀ ਸੰਦੇਸ਼ ਦੇਣਾ ਚਾਹੋਗੇ? ਸਰ ਫਾਜ਼ਿਲਕਾ ਦਾ ਇੱਕ ਨੇਮ ਐਜੂਕੇਸ਼ਨ ਦੇ ਵਿੱਚ ਜੋ ਇੱਕ ਸਟਾਰਟਿੰਗ ਤੋਂ ਬਣਿਆ ਹੋਇਆ ਹੈ, ਸੋ ਆਈ ਥਿੰਕ ਇਹ ਆਪਣੇ ਲਈ ਪਲੱਸ ਪੁਆਇੰਟ ਹੈ। ਫਾਜ਼ਿਲਕਾ ਦੇ ਜਿੰਨੇ ਵੀ ਬੱਚੇ ਨੇ ਜੋ ਇੱਕ ਲੈਂਗੁਏਜ ਟੈਸਟ ਦੀ ਪ੍ਰੈਕਟਿਸ ਕਰ ਰਹੇ ਨੇ, ਸੋ ਆਈ ਥਿੰਕ ਉਹਨਾਂ ਲਈ ਇੱਕ ਬੈਸਟ ਅਪੋਰਚੁਨਿਟੀ ਹੈ ਕਿ ਅੱਛੇ ਟੀਚਰਸ ਉਹਨਾਂ ਨੂੰ ਗਾਈਡ ਕਰ ਰਹੇ ਨੇ ਉਹਨਾਂ ਦੀ ਕਰੀਅਰਸ ਦੇ ਰਿਗਾਰਡਿੰਗ। ਸੋ ਉਹਨਾਂ ਦੀ ਅੱਜ ਬਿਗਨਿੰਗ ਹੈ ਜਦੋਂ ਉਹ ਇੱਕ ਨੈਕਸਟ ਲੈਵਲ ਦੀ ਤਿਆਰੀ ਕਰ ਰਹੇ ਨੇ। ਸੋ ਆਈ ਥਿੰਕ ਫਾਜ਼ਿਲਕਾ ਇੱਕ ਅੱਛੀ ਆਪਸ਼ਨ ਹੈ ਉਹਨਾਂ ਲਈ ਜਿੱਥੇ ਵੀ ਉਹ ਲੈਂਗੁਏਜ ਦੀ ਤਿਆਰੀ ਕਰ ਰਹੇ ਨੇ। ਥੈਂਕ ਯੂ। नमस्कार जी, मैं परमिंदर सियार कैटेक्रॉस फाजिलका से। आज हमारे यहाँ पे पियर्सन टेस्ट ऑफ इंग्लिश का सेमिनार लगाया गया। इस सेमिनार के अंदर बच्चों को ये जानकारी दी गई कि आप इस टेस्ट के थ्रू कैसे कनाडा, ऑस्ट्रेलिया स्टूडेंट वीज़ा के ऊपर जा सकते हैं। बच्चों का बहुत ज़्यादा क्वेश्चन ये था कि क्या सर पियर्सन टेस्ट से हम कनाडा स्टूडेंट वीज़ा के लिए जा सकते हैं? तो जी बिल्कुल आप जा सकते हैं कनाडा स्टूडेंट वीज़ा के ऊपर विद पियर्सन के थ्रू आप जा सकते हैं। और जैसा कि आपने पूछा कि इस सेमिनार से बच्चों को, यहाँ के बच्चों को क्या फ़ायदा होने वाला है, तो मैं ये कहना चाहूँगा कि ये जो टेस्ट है इसका फोबिया क्रिएट किया जा रहा है कि इस टेस्ट में आपको टाइपिंग आनी चाहिए, जबकि ऐसा कुछ नहीं है। ठीक है, एक छोटा सा सेक्शन है राइटिंग का, उसके अंदर भी एक सिर्फ छोटा सा पार्ट है ऐसे का। वही 200 वर्ड लिखने, टाइप करने, आपके पास काफ़ी समय उसके लिए 20-25 मिनट का, 20 मिनट का आपके पास समय रहता है, आपने 200 वर्ड टाइप करने हैं, तो इसके अलावा टाइपिंग का कोई सीन ही नहीं है इसके अंदर। तो जो बच्चे थे उनका ये जो इस तरीके के काफ़ी डाउट थे कि जी हमारी टाइपिंग नहीं आती तो हम ये टेस्ट कैसे करेंगे। और मैं किसी पर्टिकुलर व्यक्ति विशेष का नाम ना लेते हुए कहूँगा कि अगर आपको पियर्सन टेस्ट नहीं कराना आता तो कृपया करके बच्चों को इस तरीके का मिसगाइड ना करें कि इसमें आपको टाइपिंग की ज़रूरत है, अगर आपको लिख नहीं सकते हो आप तो इंग्लिश में टाइप कैसे करोगे। इस तरीके के मिसकंसेप्शंस काफ़ी फैलाए गए थे, जो कि अच्छा हुआ कि पियर्सन के रिप्रेजेंटेटिव ने ही ये सवालात का जवाब दे दिया। क्योंकि अगर अकेला मैं जवाब दे रहा हूँ तो बच्चों को, उनके पेरेंट्स को ये लगता है कि कहीं ना कहीं अपने बिज़नेस को लेके ये सवाल दे रहा होगा, ये जवाब दे रहा होगा। लेकिन जब एक पर्टिकुलर कंपनी का नुमाइंदा आके इन सवालों के जवाब देता है तो बच्चों को कहीं ना कहीं ये आता है दिमाग में कि भाई ये बिल्कुल सही जवाब है, वो चीज़ें सही कराई जा रही थी। तो बच्चों को पहला तो ये सिस्टम उनके दिमाग से बात दूर रहेगी कि इसमें टाइपिंग की बहुत ज़्यादा ज़रूरत नहीं है। दूसरा, बच्चों को ये बोला जाता है कि भैया अगर आपका ये टेस्ट मैनुअल चेक हो गया तो मैं आपको ये बताना चाहूँगा कि ये वाला जो टेस्ट है पूरा का पूरा AI टेस्ट है, इसके अंदर ह्यूमन इंटरवेंशन होते ही नहीं है, तो जो कि बहुत अच्छी बात है। मैं कोई एक एग्जांपल कोट करना चाहूँगा, जैसे आइल्स के अंदर स्पीकिंग का जो क्राइटेरिया है उसमें आपके सामने एक इंसान बैठा है, वो आपका इंटरव्यू कर रहा है, ठीक है। तो जो हमारी बेल्ट है स्पेसिफिकली फाजिलका, जलालाबाद, ये वाला जो बेल्ट है, हमारे को इंग्लिश का एक्सपोजर नहीं है। हालांकि हमें लिखनी आती है, हमें पढ़नी आती है, हमें सुननी आती है, बोल नहीं पाते हम लोग, किसी के सामने नहीं बोल पाते हैं। अकेले तो बहुत सारे गुनगुना लेते हैं लेकिन किसी के सामने नहीं बोली जाती इंग्लिश। तो इस टेस्ट ने वो हिंड्रेंस भी ख़त्म कर दी, इसमें कोई ह्यूमन इंटरवेंशन है नहीं,
आपके सामने कंप्यूटर की स्क्रीन है, उसके ऊपर कुछ लिखा हुआ है, आपने उसको बोल के पढ़ना है, कुछ बोला है उसको सुन के वापस बोलना है आपने। तो कोई नहीं, आपने खुद से कंप्यूटर से खाली आपने बात करनी है, तो बहुत आसान हो गया। ठीक है, और काफ़ी सारे जितने भी प्रचलित टेस्ट हैं उनमें से सबसे इस समय ये आसान टेस्ट है और बहुत हाई रिकमेंडेशन पे ये टेस्ट अभी मतलब कनाडा स्टूडेंट वीज़ा देना शुरू कर दिया। और हो सकता है आने वाले टाइम में वो दिन दूर नहीं है जब कनाडा के अंदर इसको रेजिडेंसी के लिए किया जाएगा, क्योंकि इसके पैरेलल एक टेस्ट है सेल्पिप, जिसमें कंप्यूटर बेस्ड टेस्ट है सेल्पिप, जो कि इसका पियर्सन का आइडेंटिकल टेस्ट है। वो टेस्ट कनाडा रेजिडेंसी के लिए अप्रूव करता है। ठीक है सर, तो इस तरीके की जानकारी बच्चों को दी गई है कि आपको अगर बहुत सारे बच्चे कहते हैं कि सर जी हम यहाँ से पीटी करके लेट से कनाडा चले भी गए लेकिन वहाँ जाके हमें फिर आइल्स करना पड़ेगा, तो उन बच्चों को भी आज ये जानकारी दी गई है कि बच्चों ये आइल्स करने की ज़रूरत नहीं है, वहाँ पे एक टेस्ट और है, सेल्पिप टेस्ट है, आप वो दे के भी अपनी रेजिडेंसी वहाँ पे डाल सकते हैं। जो कि आपने पीटी किया, ये कंप्यूटर बेस्ड टेस्ट है, बिल्कुल इसका आइडेंटिकल टेस्ट है सेल्पिप, जो आप कनाडा में बैठ के आपकी रेजिडेंसी के लिए आपको काम आ जाएगा। इस तरह की अलग अलग बहुत सारी जानकारियाँ, बच्चों के छोटे छोटे सवाल, जो मेरे मौजूदा स्टूडेंट उनके बहुत सारे सवाल, छोटी छोटी समस्याएं, वो हर समस्याओं का समाधान बच्चों को पीटी के रिलेटेड दिया गया है। बच्चों को बताया गया कि कैसे पीटी से बहुत सारे, देखिए हमारे एरिया में 60% बच्चा कनाडा जाना चाह रहे हैं, लेकिन इंग्लिश का टेस्ट करना पड़ता है वहाँ पे, तो आइल्स एक ही इकलौता टेस्ट जो है एसडीएस में जा रहे हैं। लेकिन नॉन एसडीएस फाइल दो तरीके की फाइलिंग होती है सर, ये डिफरेंट टॉपिक है, उस पर हम फिर कभी बात करेंगे। लेकिन आज मैं इस टेस्ट के बारे में बात करना चाहूँगा आपसे कि इस टेस्ट के थ्रू बच्चों की जानकारी दी गई कि किस तरीके से आप स्टूडेंट वीज़ा अप्लाई भी कर सकते हैं, खुद से करें, हमसे करवाना हमसे करें, लेकिन ये टेस्ट करके आप कनाडा जा सकते हैं। तो बहुत सारे बच्चों को, आज जितने भी बच्चे बैठे थे, हर बच्चा किसी न किसी हर बच्चा हर एक को बताएगा कि नहीं हम पीटी के थ्रू जा सकते हैं, तो कम से कम उनके दिमाग की बर्डन कम होगी। दूसरा, ये टेस्ट की जानकारी दी गई कि आइल्स में आपको कम से कम 15 दिन का इंतजार करना पड़ता है, रिजल्ट का 13 दिन का रिजल्ट पूरे जिससे यहाँ पे आपको विदिन 5 वर्किंग डे रिजल्ट आ जाता है, कई बार तो 5 घंटों में भी आ जाता है। तो बहुत ज़्यादा क्विक टेस्ट है, 2 घंटे का टेस्ट है, सिंगल टेकिंग में टेस्ट है, 1 दिन का टेस्ट है, और ये टेस्ट रोज़ होता है, हफ्ते में 7 दिन टेस्ट होता है और 1 दिन में 5 बार ये टेस्ट होता है। तो इस तरीके की बहुत सारी जानकारी दी गई है इसके अंदर। सर कौन प्रतिनिधि आज यहाँ पर पहुँचे थे और उनके किनके द्वारा बच्चों को जागरूक जो किया गया है? सर आज यहाँ पे गगनदीप सिंह जी हैं जो पियर्सन पीटी इंडिया के हेड हैं, साउथ एशिया के हेड हैं, वो यहाँ पे आए हैं, और मिस्टर नरेंद्र जी जो कि हमारे साउथ पंजाब उत्तरी राजस्थान एरिया के हेड हैं, वो यहाँ पे आए हैं। उन्होंने बच्चों से रूबरू होकर सारे उनके सवाल जवाब दिए हैं, कम से कम 2-2.5 घंटे उनके सवाल जवाब किए बच्चों के, और सारे बच्चे बहुत सेटिस्फाइड हुए वहाँ पर।